ਦੇਸ਼ਾਂ ਵਿਦੇਸ਼ਾਂ ਵਿੱਚ ਰਵਿਦਾਸੀਆ ਟੀਵੀ ਨੂੰ ਪਿਆਰ ਕਰਨ ਵਾਲੀਆਂ ਸਮੂਹ ਸੰਗਤਾਂ ਨੂੰ ਦਾਸ ਵਰਿੰਦਰ ਕੈਥ ਵੱਲੋਂ ਦੋਵੇਂ ਹੱਥ ਜੋੜ ਕੇ ਜੈ ਗੁਰਦੇਵ, ਧੰਨ ਗੁਰਦੇਵ। ਅੱਜ ਅਸੀਂ ਰਵਿਦਾਸੀਆ ਟੀਵੀ ਦੇ ਮਾਧਿਅਮ ਰਾਹੀਂ ਇੱਕ ਵਿਸ਼ੇਸ਼ ਮੁਲਾਕਾਤ ਕਰਨ ਜਾ ਰਹੇ ਹਾਂ। ਵਿਸ਼ੇਸ਼ ਮੁੱਦੇ ਨੂੰ ਲੈ ਕੇ, ਰੈੱਡ ਕਰਾਸ ਵਿਸ਼ੇ ਨੂੰ ਲੈ ਕੇ ਮਾਸਟਰ ਸੋਮਰਾਜ ਜੀ ਦੇ ਨਾਲ, ਜੋ ਕਿ ਰੈੱਡ ਕਰਾਸ ਦੇ ਲੈਕਚਰਰ ਵੀ ਹਨ ਔਰ ਜਲੰਧਰ ਦੇ ਲਾਈਫ ਮੈਂਬਰ ਵੀ ਹਨ। ਆਓ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਮਾਸਟਰ ਸੋਮਰਾਜ ਜੀ ਰੈੱਡ ਕਰਾਸ ਦੇ ਮੁੱਦੇ ਤੇ। ਮਾਸਟਰ ਜੀ, ਰਵਿਦਾਸੀਆ ਟੀਵੀ ਦੀ ਟੀਮ ਵੱਲੋਂ ਰਵਿਦਾਸੀਆ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਜੈ ਗੁਰਦੇਵ। ਧੰਨਵਾਦ। ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਜੈ ਗੁਰਦੇਵ, ਧੰਨ ਗੁਰਦੇਵ। ਅੱਜ ਰਵਿਦਾਸੀਆ ਟੀਮ ਵਿਸ਼ੇਸ਼ ਵਿਸ਼ੇ ਤੇ, ਜੋ ਕਿ ਨਵੇਕਲਾ ਵਿਸ਼ਾ ਹੈ, ਖਾਸ ਤੌਰ ਤੇ ਸਾਡੇ ਸਮਾਜ ਦੀਆਂ ਸੰਗਤਾਂ ਲਈ, ਉਹਦੇ ਉੱਤੇ ਗੱਲ ਕਰਨ ਲਈ ਰੈੱਡ ਕਰਾਸ ਬਾਰੇ ਗੱਲ ਕਰਨ ਆਏ ਹੈ। ਕਿਉਂਕਿ ਮੈਂ ਇੰਡੀਅਨ ਰੈੱਡ ਕਰਾਸ ਸੁਸਾਇਟੀ ਨਵੀਂ ਦਿੱਲੀ, ਉਸ ਦਾ ਫਸਟ ਏਡ ਐਂਡ ਹੋਮ ਨਰਸਿੰਗ ਦਾ ਲੈਕਚਰਰ ਹਾਂ ਅਤੇ ਨਾਲ ਲਾਈਫ ਮੈਂਬਰ ਵੀ ਹਾਂ, ਅਤੇ ਜ਼ਿਲ੍ਹਾ ਜਲੰਧਰ ਰੈੱਡ ਕਰਾਸ ਸੁਸਾਇਟੀ ਵਿੱਚ 1999 ਤੋਂ ਲਗਾਤਾਰ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਪੇਸ਼ ਕਰ ਰਿਹਾ ਹਾਂ। ਮਾਸਟਰ ਜੀ, ਅਸੀਂ ਜਾਣਨਾ ਚਾਹੁੰਦੇ ਹਾਂ ਰੈੱਡ ਕਰਾਸ ਕੀ ਆ ਅਤੇ ਇਹ ਕਦੋਂ ਬਣਿਆ? ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਦਾ ਅਚਨਚੇਤ ਹੀ ਜਨਮ ਹੁੰਦਾ ਹੈ ਜੀ। ਨਿਊਟਨ ਦਰੱਖਤ ਦੇ ਥੱਲੇ ਬੈਠਾ ਪੜ੍ਹ ਰਿਹਾ ਹੈ, ਉੱਤੋਂ ਇੱਕ ਫਲ ਡਿੱਗਿਆ ਉਹਦੇ ਸਿਰ ਤੇ। ਜੇ ਕੋਈ ਸਾਡੇ ਵਰਗਾ ਹੁੰਦਾ ਤੇ ਉਹਨੇ ਚੱਕ ਕੇ ਖਾ ਲੈਣਾ ਸੀ ਜੀ, ਪਰ ਉਸਨੇ ਉਹ ਫਲ ਚੱਕਿਆ, ਚੱਕ ਕੇ ਇਹ ਸੋਚਿਆ ਵੀ ਇਹ ਫਲ ਉੱਪਰ ਨੂੰ ਕਿਉਂ ਨਹੀਂ ਗਿਆ, ਥੱਲੇ ਨੂੰ ਕਿਉਂ ਆਇਆ ਜੀ। ਉਹਦਾ ਇਹ ਵਿਚਾਰ ਜਿਹੜਾ ਸੀਗਾ, ਇਸ ਗੱਲ ਨੂੰ ਜਨਮ ਦੇ ਗਿਆ ਵੀ ਧਰਤੀ ਦਾ ਇੱਕ ਬਲ ਹੁੰਦਾ ਜਿਹਨੂੰ ਗੁਰੂਤਵਾਕਰਸ਼ਣ ਬਲ ਕਹਿੰਦੇ ਆ, ਤੇ ਇਹ ਧਰਤੀ ਉਸ ਬਲ ਨਾਲ ਹਰ ਇੱਕ ਚੀਜ਼ ਨੂੰ ਆਪਣੇ ਵੱਲ ਨੂੰ ਖਿੱਚਦੀ ਹੈ ਜੀ। ਫਲ ਤਾਂ ਪਹਿਲਾਂ ਵੀ ਡਿੱਗਦੇ ਆਏ ਨਾ ਜੀ, ਪਰ ਉਹ ਨਿਊਟਨ ਦੀ ਸੋਚ ਨੇ ਹੀ ਜਿਹੜਾ ਹੈ ਉਹ ਗੁਰੂਤਾ ਬਲ ਦਾ ਨਿਯਮ ਕੱਢਿਆ। ਇਸੇ ਤਰ੍ਹਾਂ ਲੜਾਈਆਂ ਪਹਿਲਾਂ ਵੀ ਹੁੰਦੀਆਂ ਆਈਆਂ ਜੀ, ਪਰੰਤੂ ਜਿਹੜੀ ਸਲਫਰੀਨੋ ਦੀ ਲੜਾਈ ਹੋਈ ਹੈ ਇਟਲੀ ਦੇ ਵਿੱਚ ਜੀ, ਉਸਨੇ ਰੈੱਡ ਕਰਾਸ ਨੂੰ ਜਨਮ ਦਿੱਤਾ ਜੀ। ਜੀ, ਜਿਹੜਾ ਇਟਲੀ ਹੈ ਉਹਦੇ ਇੱਕ ਹਿੱਸੇ ਦੇ ਉੱਤੇ ਆਸਟਰੀਆ ਨੇ ਕਬਜ਼ਾ ਕੀਤਾ ਹੋਇਆ ਸੀ। ਆਸਟਰੀਆ ਉਹੀ ਜਿੱਥੇ ਉਹਦੀ ਰਾਜਧਾਨੀ ਵਿਆਨਾ ਵਿੱਚ ਸੰਤ ਰਾਮਾਨੰਦ ਮਹਾਰਾਜ ਜੀ ਦੀ ਸ਼ਹਾਦਤ ਹੋਈ, ਉਸ ਆਸਟਰੀਆ ਨੇ ਕਬਜ਼ਾ ਕੀਤਾ ਹੋਇਆ ਸੀ ਜੀ। ਇਟਲੀ ਆਪਣੇ ਹਿੱਸੇ ਨੂੰ ਛਡਾਉਣਾ ਚਾਹੁੰਦਾ ਸੀ ਜੀ, ਤੇ ਆਸਟਰੀਆ ਛੱਡਣਾ ਨਹੀਂ ਸੀ ਚਾਹੁੰਦਾ। ਇਟਲੀ ਦੇ ਨਾਲ ਫਰਾਂਸ ਆ ਗਿਆ ਜੀ, ਤੇ ਜਿਹੜਾ ਦੂਜੇ ਪਾਸੇ ਸੀ ਆਸਟਰੀਆ, ਉਹਦੇ ਨਾਲ ਪਰਸ਼ੀਆ ਆ ਗਿਆ। ਪਰਸ਼ੀਆ ਜਿਹਨੂੰ ਆਪਾਂ ਜਰਮਨ ਕਹਿੰਦੇ ਆ, ਹੁਣ ਉਹ ਜਰਮਨ ਹੋ ਗਿਆ। ਦੋਵੇਂ ਜਰਮਨ ਜਿਹੜੇ ਸੀ, ਇਹ ਚਾਰ ਦੇਸ਼ ਯੂਰਪ ਦੇ, ਦੋ ਇੱਕ ਪਾਸੇ ਦੋ ਇੱਕ ਪਾਸੇ, ਇਹ ਉੱਥੇ ਇੱਕ ਲਵਾਰਡੀ ਦਾ ਮੈਦਾਨ ਹੈ ਜੀ, ਤੇ ਉੱਥੇ ਸਲਫਰੀਨੋ ਦੇ ਵਿੱਚ ਇਹ ਲਗਭਗ 26-27 ਕਿਲੋਮੀਟਰ ਦੇ ਦਾਇਰੇ ਦੇ ਵਿੱਚ 1.5 ਲੱਖ ਤੋਂ ਜ਼ਿਆਦਾ ਫੌਜਾਂ ਤਣ ਕੇ ਖੜੀਆਂ ਹੋ ਗਈਆਂ ਜੀ। 23 ਜੂਨ 1859 ਦੀ ਰਾਤ ਨੂੰ ਲੜਾਈ ਸ਼ੁਰੂ ਹੋ ਗਈ ਜੀ, ਤੇ ਸਵਿਟਜ਼ਰਲੈਂਡ ਦਾ ਜੀਨ ਹੈਨਰੀ ਡੂਨਾ, ਉਹਦਾ ਆਪਣਾ ਵਪਾਰ ਸੀ ਜੀ, ਤੇ ਉਹ ਵਪਾਰ ਦੇ ਸੰਬੰਧ ਵਿੱਚ ਨਪੋਲੀਅਨ ਨੂੰ ਮਿਲਣਾ ਚਾਹੁੰਦਾ ਸੀ। ਨਪੋਲੀਅਨ ਜਿਹੜਾ ਆ ਉਹ ਇਟਲੀ ਆਇਆ ਹੋਇਆ ਸੀ ਆਪਣੀਆਂ ਫੌਜਾਂ ਦੀ ਰਹਿਨੁਮਾਈ ਕਰਨ ਜੀ, ਤੇ ਉਹਨੂੰ ਮਿਲਣ ਆਇਆ। ਉਹ ਉੱਥੇ ਇੱਕ ਸਰਾਂ ਦੇ ਵਿੱਚ ਸੁੱਤਾ ਪਿਆ ਸੀ। ਜੀ, ਜਦੋਂ ਤੋਪਾਂ ਦੀ ਧੂੰ ਧੜਾਂ ਸੁਣੀ ਜੀ, ਤੇ ਉਹ ਉੱਪੜਵਾਹੇ ਉੱਠਿਆ। ਸਾਰੀ ਰਾਤ ਉਹਨੇ ਮਸੀਂ ਗੁਜ਼ਾਰੀ, ਕਿਉਂਕਿ ਤੜਕੇ 2:30-3 ਵਜੇ ਇਹ ਕੰਮ ਹੋਇਆ। ਜੀ, ਫਿਰ 24 ਜੂਨ ਹੋ ਗਈ ਤਾਂ ਲੜਾਈ ਚੱਲਦੀ ਰਹੀ। ਉਹ ਇੱਕ ਟਿੱਲੇ ਤੇ ਖੜ ਕੇ ਦੇਖਦਾ ਰਿਹਾ। ਜੀ, ਸ਼ਾਮ ਨੂੰ ਫੌਜਾਂ ਅੰਦਰ ਚਲ ਗਈਆਂ ਤੇ ਉਹ ਮੈਦਾਨੇ ਜੰਗ ਵਿੱਚ ਚਲਾ ਗਿਆ।
ਜੀ ਉੱਥੇ ਜਿਹੜੇ ਫੌਜੀ ਸੀਗੇ ਉਹ ਕਰਾ ਰਹੇ ਸੀਗੇ, ਜੀ ਉਹ ਕਹਿ ਰਹੇ ਸੀ ਅਸੀਂ ਮਰਨਾ ਨਹੀਂ ਚਾਹੁੰਦੇ, ਸਾਨੂੰ ਮੌਤ ਦੇ ਮੂੰਹ 'ਚ ਧਕੇਲਿਆ ਜਾ ਰਿਹਾ। ਕੋਈ ਕਹੇ ਮੇਰਾ ਬੱਚਾ 2 ਸਾਲ ਦਾ, ਉਹਨੂੰ ਕੌਣ ਸਾਂਭੂਗਾ। ਕੋਈ ਕਹੇ ਮੇਰੇ ਮਾਂ-ਬਾਪ ਬੁੱਢੇ ਆ, ਉਹਨਾਂ ਨੂੰ ਕੌਣ ਸਾਂਭੂਗਾ। ਕੋਈ ਕਹੇ ਮੇਰੀ ਧੀ ਵਿਆਹੁਣ ਵਾਲੀ ਆ, ਉਹਦਾ ਕੀ ਹੋਊਗਾ। ਜੀ ਉਹ ਬਹੁਤ ਹੀ ਦਰਦਨਾਕ ਜਿਹੜੀਆਂ ਗੱਲਾਂ ਕਰ ਰਹੇ ਸੀਗੇ, ਉਹਦੇ ਕੋਲੋਂ ਸੁਣੀਆਂ ਨਹੀਂ ਗਈਆਂ ਤੇ ਉਹ ਉਹਨਾਂ ਦੀ ਮਦਦ ਕਰਨ ਲੱਗ ਪਿਆ। ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾ ਕੱਲੀ, ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜ ਲੈਂਦਾ। ਉਹ ਦੂਸਰੇ ਲੋਕ ਵੀ ਉਹਦੇ ਨਾਲ ਚਲ ਗਏ। ਜੀ ਜਦੋਂ ਲੜਾਈ ਖਤਮ ਹੋਈ ਤਾਂ ਉਸ ਨੇ, ਉਹਦੇ ਦਿਮਾਗ ਦੇ ਉੱਤੇ ਲਗਾਤਾਰ ਬੋਝ ਸੀਗਾ, ਤਾਂ ਉਸ ਨੇ ਫਿਰ ਉਹ ਬੋਝ ਦੁਨੀਆ ਨਾਲ ਸਾਂਝੇ ਕਰਦੇ ਹੋਏ ਕਿਹਾ ਕਿ ਦੁਨੀਆ ਵਾਲਿਓ, ਜਿਹੜੇ ਮੈਦਾਨੇ ਜੰਗ ਵਿੱਚ ਫੱਟੜ ਹੋ ਜਾਂਦੇ ਸੈਨਿਕ, ਉਹਨਾਂ ਦਾ ਕਿਸੇ ਦੇਸ਼ ਨਾਲ ਵਾਸਤਾ ਨਹੀਂ ਰਹਿੰਦਾ। ਗੋਲੀ ਇੱਕੋ ਜਿਹਾ ਦੁੱਖ ਦਿੰਦੀ ਆ, ਚਾਹੇ ਉਹ ਜਿੱਤਣ ਵਾਲੀ ਫੌਜ ਦੇ ਹੋਣ, ਚਾਹੇ ਉਹ ਹਾਰਨ ਵਾਲੀ ਦੇ ਹੋਣ। ਉਹਨਾਂ ਨੂੰ ਸੰਭਾਲਣਾ ਸਾਡਾ ਪੂਰਾ ਫਰਜ਼ ਬਣਦਾ, ਸਾਡਾ ਧਰਮ ਬਣਦਾ। ਜੀ ਤਾਂ ਉਹਨੇ ਫਿਰ ਅਪੀਲ ਕੀਤੀ। ਉਹਦੀ ਅਪੀਲ ਦੇ ਉੱਤੇ 20 ਮੁਲਕਾਂ ਨੇ ਹੁੰਗਾਰਾ ਦਿੱਤਾ ਜੀ ਤੇ ਫਿਰ 1863 ਦੇ ਵਿੱਚ ਜ਼ਖਮੀਆਂ ਦੀ ਮਦਦ ਲਈ ਇੱਕ ਸੰਸਥਾ ਬਣ ਗਈ ਜੀ ਤੇ ਉਹਨਾਂ ਨੇ ਕਿਹਾ ਵੀ ਇਹਦਾ ਨਾਮ ਰੱਖੀਏ। ਜੀ ਜਿਹੜਾ ਉਹ ਪ੍ਰਧਾਨ ਸੀਗਾ ਡੂਫੋ, ਉਹਨੇ ਕਿਹਾ ਵੀ ਇਹ ਅਪੀਲ ਕਿਹਨੇ ਕੀਤੀ। ਕਹਿੰਦੇ ਜੀ ਜੀਨ ਹੈਨਰੀ ਡੂਨਨ। ਇਹ ਕਿੱਥੇ ਦਾ ਰਹਿਣ ਵਾਲਾ ਸੀ? ਸਵਿਟਜ਼ਰਲੈਂਡ ਦਾ। ਜੀ ਸਵਿਟਜ਼ਰਲੈਂਡ ਨੂੰ ਆਪਾਂ ਸਾਰੇ ਜਾਣਦੇ ਹੋ, ਉਹਨੂੰ ਘੜੀਆਂ ਦਾ ਦੇਸ਼ ਕਹਿੰਦੇ। ਤੇ ਨਾਲੇ ਉੱਥੇ ਸਵਿਸ ਬੈਂਕ, ਕਾਲਾ ਧਨ ਦੇ ਜਿਹੜੇ ਕਾਲਾ ਧਨ ਆ ਉਹ ਸਵਿਟਜ਼ਰਲੈਂਡ ਦੀਆਂ ਬੈਂਕਾਂ ਵਿੱਚ ਜਮ੍ਹਾਂ। ਜੀ ਉੱਥੇ ਮੌਸਮ ਜਿਹੜਾ 9 ਮਹੀਨੇ ਧੁੰਦ ਛਾਈ ਰਹਿੰਦੀ ਆ, ਜਿਸ ਕਰਕੇ ਘੜੀਆਂ ਦਾ ਹਲਕਾ ਉਦਯੋਗ ਸੀ ਉੱਥੇ ਸਥਾਪਿਤ ਹੋਇਆ। ਤੇ ਉਹ ਪੈਸੇ ਜਮ੍ਹਾਂ ਕਰਕੇ ਲੋਕਾਂ ਤੋਂ ਵਿਆਜ ਲੈਂਦੇ ਸੀ ਤੇ ਉਹ ਆਪਣੇ ਦੇਸ਼ ਦੇ ਲੋਕਾਂ ਨੂੰ ਜਿਹੜੀ ਇਕੋਨਮੀ ਆ ਉਹ ਚਲਾਉਂਦੇ ਸੀਗੇ। ਤਾਂ ਉਹ ਸਵਿਟਜ਼ਰਲੈਂਡ ਦਾ ਜਿਹੜਾ ਝੰਡਾ ਹੈ ਜੀ ਉਹ ਸੀਗਾ, ਉਹਦੀ ਪਿੱਠ ਸੀਗੀ ਲਾਲ ਪ੍ਰਿਸ਼ਠ ਭੂਮੀ, ਉਹਦੇ ਉੱਤੇ 2 ਚੌਪੜ ਆਕਾਰ ਦੀਆਂ ਚਿੱਟੀਆਂ ਪੱਟੀਆਂ ਸੀਗੀਆਂ ਜਿਹੜੀਆਂ ਇੱਕ ਦੂਜੇ ਨੂੰ ਕ੍ਰਾਸ ਕੱਟਦੀਆਂ ਸੀਗੀਆਂ ਜੀ। ਤਾਂ ਉਹਨਾਂ ਨੇ ਉਹਨੂੰ ਉਲਟ ਕਰ ਦਿੱਤਾ, ਉਹਨਾਂ ਦੇ ਝੰਡੇ ਜੀ। ਜਿਹੜੀ ਬੈਕਗਰਾਉਂਡ ਲਾਲ ਸੀ ਉਹਨੂੰ ਚਿੱਟਾ ਕਰਤਾ ਜੀ। ਜਿਹੜੀਆਂ ਚਿੱਟੀਆਂ ਪੱਟੀਆਂ ਸੀਗੀਆਂ ਉਹਨੂੰ ਲਾਲ ਕਰ ਦਿੱਤਾ। ਚਿੱਟੇ ਦੇ ਉੱਤੇ ਜਦੋਂ ਲਾਲ ਪੱਟੀਆਂ ਦਿਸੀਆਂ ਤੇ ਉਹ ਦੂਰੋਂ ਲਾਲ ਕਾਂਟਾ ਬਣ ਗਿਆ। ਲਾਲ ਨੂੰ ਕਹਿੰਦੇ ਰੈੱਡ, ਕਾਂਟੇ ਨੂੰ ਕਹਿੰਦੇ ਕ੍ਰਾਸ, ਤਾਂ ਬਣ ਗਿਆ ਰੈੱਡ ਕ੍ਰਾਸ। ਤਾਂ ਇਹ 1863 ਦੇ ਵਿੱਚ ਜਿਹੜਾ ਹੈ ਉਹ ਹੋਇਆ। ਉਸ ਤੋਂ ਬਾਅਦ ਇਹ ਜਿਹੜੀ ਰੈੱਡ ਕ੍ਰਾਸ ਹੈ ਇਹ ਹੁਣ 192 ਦੇਸ਼ਾਂ ਵਿੱਚ ਇਹਦੀਆਂ ਸ਼ਾਖਾਵਾਂ ਨੇ। ਇਹ ਵਰਲਡ ਦੀ ਸਭ ਤੋਂ ਵੱਡੀ NGO ਹੈ। NGO ਗੈਰ ਸਰਕਾਰੀ ਸੰਸਥਾ ਹੈਗੀ ਹੈ। ਇਹਦੇ ਮੁੱਖ ਉਦੇਸ਼ ਸੀਗੇ ਕਿ ਸੇਵਾ, ਬਰਾਬਰਤਾ, ਨਿਰਲੇਪਤਾ, ਸੁਤੰਤਰਤਾ, ਆਪਸੀ ਭਾਈਚਾਰਾ, ਮਿਲਵਰਤਨ, ਇਹ ਉਹਦੇ ਉਦੇਸ਼ ਸੀਗੇ। ਤਾਂ ਜਿਹੜਾ ਫੱਟੜ ਸੀ ਉਹਨੂੰ ਇਹ ਸਮਝਦੇ ਸੀ ਇਹ ਮੇਰਾ ਭਰਾ ਹੈ, ਇਹ ਮੇਰਾ ਭਰਾ ਹੈ। ਤਾਂ ਉਹਦੇ ਵਿੱਚੋਂ ਇਹ ਰੈੱਡ ਕ੍ਰਾਸ ਜਿਹੜੀ ਆ ਮੈਦਾਨੇ ਜੰਗ ਵਿੱਚੋਂ ਪੈਦਾ ਹੋਈ। ਜਿਹੜਾ ਰੈੱਡ ਕ੍ਰਾਸ ਹੈ ਉਸ ਨੂੰ ਕੁਝ ਲੋਕ ਇਹ ਸਮਝਣ ਲੱਗ ਪਏ ਜਿਵੇਂ ਕਿਸੇ ਨੂੰ ਜ਼ਹਿਰ ਦੇ ਦਈਏ ਉਹ ਉਨੀ ਅਸਰ ਨਹੀਂ ਕਰਦੀ ਜਿੰਨਾ ਧਰਮ ਅਸਰ ਕਰਦਾ। ਉਹਨਾਂ ਨੇ ਕਿਹਾ ਇਹ ਤਾਂ ਈਸਾਈਆਂ ਦਾ ਕ੍ਰਾਸ ਹੈ ਜੀ, ਅਸੀਂ ਨਹੀਂ ਇਹ ਮੰਨਣਾ। ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਲਾ ਲਓ। ਫਿਰ ਉਹ ਚੰਦਰਮਾ ਲਾ ਲਿਆ ਜੀ, ਉਹ ਕ੍ਰੀਸੈਂਟ ਬਣ ਗਿਆ, ਰੈੱਡ ਕ੍ਰੀਸੈਂਟ। ਉਹ ਫਿਰ ਕ੍ਰਾਸ ਦੇ ਨਾਲ ਚੰਦਰਮਾ ਲਾ ਲੈਂਦੇ। ਕਿਸੇ ਨੇ ਸੂਰਜ ਲਾ ਲਿਆ, ਕਿਸੇ ਨੇ ਸ਼ੇਰ ਲਾ ਲਿਆ, ਉਹਦਾ ਨਾਂ ਜਿਹੜਾ ਆ ਉਹ ਰੈੱਡ ਕ੍ਰਾਸ ਹੀ ਰਿਹਾ ਜੀ। ਮਾਸਟਰ ਜੀ ਰੈੱਡ ਕ੍ਰਾਸ ਦਾ ਲੈਵਲ ਕੀ ਹੈ? ਰੈੱਡ ਕ੍ਰਾਸ 3 ਪੱਧਰ ਤੇ ਕੰਮ ਕਰਦੀ ਹੈ। ਇੱਕ ਹੈ ਜੀ ਦੇਸ਼ ਦੀ ਨੈਸ਼ਨਲ ਲੈਵਲ ਤੇ ਹੁੰਦੀ ਹੈ, ਜਿਵੇਂ ਇੰਡੀਅਨ ਰੈੱਡ ਕ੍ਰਾਸ ਸੁਸਾਇਟੀ, ਇਸ ਦੇ ਮੁਖੀ ਰਾਸ਼ਟਰਪਤੀ ਹੁੰਦੇ ਨੇ। ਦੂਸਰੀ ਜਿਹੜੀ ਰਾਜ ਪੱਧਰ ਤੇ ਸੂਬਾ ਪੱਧਰ ਤੇ ਕੰਮ ਕਰਦੀ, ਉਸ ਦਾ ਨਾਮ ਹੁੰਦਾ ਹੈ
ਇੰਡੀਅਨ ਰੈੱਡ ਕਰਾਸ ਸੁਸਾਇਟੀ ਪੰਜਾਬ ਸਟੇਟ ਬ੍ਰਾਂਚ। ਜੀ ਤੀਸਰੀ ਇਹਦਾ ਜਿਹੜਾ ਮੁਖੀ ਹੈ ਉਹ ਰਾਜਪਾਲ ਹੁੰਦਾ ਹੈ। ਜੀ ਤੀਸਰੀ ਜਿਹੜੀ ਹੁੰਦੀ ਹੈ ਉਹ ਹੁੰਦੀ ਆ ਇੰਡੀਅਨ ਰੈੱਡ ਕਰਾਸ ਸੁਸਾਇਟੀ ਡਿਸਟ੍ਰਿਕਟ ਜਲੰਧਰ ਬ੍ਰਾਂਚ। ਜਾਣੀ ਇਹਦਾ ਮੁਖੀ ਜਿਹੜਾ ਉਹ DC ਹੁੰਦਾ। 3 ਲੈਵਲ ਤੇ ਹੁੰਦੀ, ਇੱਕ ਨੈਸ਼ਨਲ ਲੈਵਲ ਤੇ ਹੁੰਦੀ ਹੈ, ਇੱਕ ਰਾਜ ਪੱਧਰ ਤੇ ਹੁੰਦੀ ਹੈ, ਇੱਕ ਜ਼ਿਲ੍ਹਾ ਪੱਧਰ ਤੇ ਹੁੰਦੀ ਹੈ ਜੀ। ਜਿਹੜੀ ਨੈਸ਼ਨਲ ਲੈਵਲ ਉਹਦਾ ਮੁਖੀ ਮਾਨਯੋਗ ਰਾਸ਼ਟਰਪਤੀ, ਜੀ ਜਿਹੜੀ ਸਟੇਟ ਲੈਵਲ ਦੀ ਹੁੰਦੀ ਉਹਦੇ ਮਾਨਯੋਗ ਰਾਜਪਾਲ ਜੀ ਮੁਖੀ ਹੁੰਦੇ, ਤੇ ਜਿਹੜੀ ਜ਼ਿਲ੍ਹਾ ਪੱਧਰ ਦੀ ਹੁੰਦੀ ਉਹਦੇ ਮਾਨਯੋਗ DC ਸਾਹਿਬ ਮੁਖੀ ਹੁੰਦੇ ਆ ਜੀ। ਮਾਸਟਰ ਜੀ ਰੈੱਡ ਕਰਾਸ ਦੇ ਕੀ ਕੀ ਕੰਮ ਹੁੰਦੇ ਆ? ਰੈੱਡ ਕਰਾਸ ਜਿਹੜੀ ਹੈ, ਜਿਵੇਂ ਕਿ ਇਹਦਾ ਜਨਮ ਫੌਜ ਵਿੱਚ ਮੈਦਾਨੇ ਜੰਗ ਚੋਂ ਹੋਇਆ, ਇਹ ਫੌਜੀਆਂ ਦੀ ਸੰਭਾਲ ਕਰਦੀ ਹੈ ਜੀ, ਉਹਨਾਂ ਦਾ ਰਿਕਾਰਡ ਰੱਖਦੀ ਹੈ ਜੀ, ਉਹਨਾਂ ਦੀ ਸਿਹਤ ਬਾਰੇ ਖਿਆਲ ਰੱਖਦੀ ਹੈ ਜੀ, ਉਹਨਾਂ ਦਾ ਕੈਦੀਆਂ ਦਾ ਆਦਾਨ ਪ੍ਰਦਾਨ ਕਰਦੀ ਹੈ, ਉਹਨਾਂ ਦੇ ਸੁੱਖ ਸੁਨੇਹੇ ਜਿਹੜੇ ਆ ਆਦਾਨ ਪ੍ਰਦਾਨ ਕਰਦੀ ਹੈ ਜੀ। ਉਸ ਤੋਂ ਬਾਅਦ ਜਦੋਂ ਦੇਸ਼ਾਂ ਦੀ ਲੜਾਈ ਹੁੰਦੀ ਆ, 2 ਜਾਂ 2 ਤੋਂ ਜ਼ਿਆਦਾ ਦੇਸ਼ਾਂ ਦੀ ਲੜਾਈ ਹੁੰਦੀ, ਰੈੱਡ ਕਰਾਸ ਜਿਹੜੀ ਆ ਉਹਨਾਂ ਦੇ ਵਿੱਚ ਸੁਲ੍ਹਾ ਕਰਾਉਂਦੀ ਆ ਜੀ। ਜਦੋਂ ਲੜਾਈ ਹੁੰਦੀ ਤੇ ਰੈੱਡ ਕਰਾਸ ਜਿਹੜੀ ਆ ਉਹ ਜਾਂਦੀ ਆ ਮੈਦਾਨੇ ਜੰਗ ਵਿੱਚ, ਉਹ ਫੌਜੀਆਂ ਨੂੰ ਫੱਟੜਾਂ ਨੂੰ ਚੱਕ ਕੇ ਲਿਆਉਂਦੀ। ਜਿਹੜੀ ਰੈੱਡ ਕਰਾਸ ਹੈ ਇਹਦੀ ਗੱਡੀ ਦੇ ਉੱਤੇ ਲਾਲ ਕਾਂਟਾ ਵਾਇਆ ਹੁੰਦਾ ਜੀ। ਇਹ ਜਨੇਵਾ ਸੰਧੀ ਦੇ ਅਨੁਸਾਰ ਜਿਹਦੇ ਉੱਤੇ ਰੈੱਡ ਕਰਾਸ ਦਾ ਨਿਸ਼ਾਨ ਹੋਊ ਜਾਂ ਜਿਹਦੇ ਮੋਢੇ ਤੇ ਰੈੱਡ ਕਰਾਸ ਦਾ ਨਿਸ਼ਾਨ ਵਾਲੀ ਪੱਟੀ ਹੋਊਗੀ, ਉਹਦੇ ਉੱਤੇ ਕੋਈ ਗੋਲੀ ਨਹੀਂ ਚਲਾਈ ਜਾਂਦੀ, ਉਹਦੇ ਤੇ ਕੋਈ ਬੰਬ ਨਹੀਂ ਸਿੱਟਿਆ ਜਾਂਦਾ, ਉਹਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਂਦਾ, ਕਿਉਂਕਿ ਇਹ ਸੇਵਾ ਦਾ। ਜਿਹੜਾ ਰੈੱਡ ਕਰਾਸ ਦਾ ਨਿਸ਼ਾਨ ਹੈ ਤੁਸੀਂ ਦੇਖਦੇ ਹੋ ਕਿ ਡਾਕਟਰਾਂ ਨੇ ਲਾਇਆ, ਝੋਲਾ ਛਾਪ ਡਾਕਟਰਾਂ ਨੇ ਲਾਇਆ ਹੋਇਆ, ਇਹ ਉਹਦੀ ਦੁਰਵਰਤੋਂ ਕਰਦੇ ਜੀ। ਡਾਕਟਰਾਂ ਦਾ ਨਿਸ਼ਾਨ ਹੋ ਰਿਹਾ, ਕੈਮਿਸਟਾਂ ਦਾ ਨਿਸ਼ਾਨ ਹੋ ਰਿਹਾ। ਇਹ ਨਿਸ਼ਾਨ ਕੇਵਲ ਜਿਹੜੇ ਨਿਰਸਵਾਰਥ ਹੋ ਕੇ ਸੇਵਾ ਕਰਦੇ ਉਹੀ ਰੈੱਡ ਕਰਾਸ ਦਾ ਨਿਸ਼ਾਨ ਲਾ ਸਕਦੇ ਆ। ਇਹ ਬਾਕੀ ਲੋਕ ਜਿਹੜੇ ਆ ਉਹਦੀ ਦੁਰਵਰਤੋਂ ਕਰਦੇ ਆ। ਹੁਣ ਕਿ ਰੈੱਡ ਕਰਾਸ ਕੀ ਕੰਮ ਕਰਦੀ ਹੈ, ਇਹ ਇੱਕ ਤਾਂ ਹੋ ਗਿਆ ਫੌਜੀਆਂ ਦਾ ਕੰਮ ਜੀ, ਫੌਜ ਦਾ। ਉਸ ਤੋਂ ਬਾਅਦ ਜਦੋਂ ਸ਼ਾਂਤੀ ਹੁੰਦੀ ਆ ਉਦੋਂ ਇਹ ਮੇਲੇ ਲਾਉਂਦੀ ਆ, ਲੋਕਾਂ ਨੂੰ ਸਿਹਤ ਬਾਰੇ ਜਾਗਰਤ ਕਰਦੀ ਆ, ਖੂਨਦਾਨ ਕੈਂਪ ਲਾਉਂਦੀ ਹੈ, ਖੂਨਦਾਨ ਦਾ ਕੀ ਮਹੱਤਵ ਹੈ ਉਹਦੇ ਬਾਰੇ ਜਾਗਰਤ ਕਰਦੀ ਆ। ਜਦੋਂ ਭੁਚਾਲ ਆਉਂਦੇ ਆ, ਕੁਦਰਤੀ ਆਫਤਾਂ ਆਉਂਦੀਆਂ, ਭੁਚਾਲ ਆ ਗਿਆ, ਹੜ੍ਹ ਆ ਗਿਆ, ਜਿਵੇਂ ਹੁਣ ਮਹਾਮਾਰੀ ਚੱਲਦੀ ਆ COVID-19 ਦੀ, ਤਾਂ ਇਹ ਜਿਹੜੇ ਪੀੜਤ ਆ ਉਹਨਾਂ ਨੂੰ ਰਾਸ਼ਨ ਪ੍ਰਦਾਨ ਕਰਦੀ ਹੈ, ਉਹਨਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਦੀ ਹੈ, ਤੇ ਉਹਨਾਂ ਦੇ ਜਿਹੜੇ ਦੁੱਖ ਦਰਦ ਆ ਉਹਨਾਂ ਨੂੰ ਮਿਟਾਉਣ ਦੇ ਲਈ ਇਹ ਤਤਪਰ ਰਹਿੰਦੀ ਹੈ। ਤੇ ਜਦੋਂ ਸਭ ਤੋਂ ਪਹਿਲਾਂ ਰੈੱਡ ਕਰਾਸ ਹੀ ਮੈਦਾਨੇ ਜੰਗ ਵਿੱਚ ਜਾਂ ਜਦੋਂ ਕੋਈ ਭੁਚਾਲ ਆਉਂਦਾ ਤੇ ਹੜ੍ਹ ਆਉਂਦੇ ਆ, ਉਦੋਂ ਰੈੱਡ ਕਰਾਸ ਹੀ ਜਿਹੜੀ ਆ ਉੱਥੋਂ ਪੀੜਤਾਂ ਨੂੰ ਕੱਢ ਕੇ ਲੈ ਕੇ ਆਉਂਦੀ ਆ। ਤੇ ਇੱਕ ਬਹੁਤ ਵੱਡੀ ਇਹ ਸੰਸਥਾ ਹੈਗੀ ਆ, ਸੇਵਾ ਸੰਸਥਾ ਹੈ। ਤੇ ਜਿਵੇਂ ਜਿਹੜੇ ਹਸਪੀਟਲ ਨੇ ਉੱਥੇ ਰੈੱਡ ਕਰਾਸ ਰੋਜ਼ ਹਜ਼ਾਰਾਂ ਰੁਪਈਆਂ ਦੀ ਦਵਾਈ ਰੋਜ਼ ਲੱਗਦੀ ਹੈ ਜੀ। ਗੂੰਗੇ ਤੇ ਬੋਲੇ ਬੱਚੇ ਜਿਹੜੇ ਆ, ਡੈਫ ਐਂਡ ਡੰਬ, ਉਹਨਾਂ ਲਈ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਕਰਦੀ ਹੈ। ਜਿਹੜੇ ਬਜ਼ੁਰਗ ਆ, ਓਲਡ ਏਜ ਹੋਮ ਜਿਹੜੇ ਆ ਉਹ ਬਣਾਏ ਹੋਏ ਆ, ਉਹਨਾਂ ਦਾ ਇਹ ਸਾਰਾ ਖਾਣਾ ਦਾਣਾ, ਕਿਉਂਕਿ ਅੱਜ ਕੱਲ੍ਹ ਜਿਹੜੇ ਮਾਂ ਬਾਪ ਆ ਉਹਨਾਂ ਨੂੰ ਲੋਕ ਘੱਟ ਪੁੱਛਦੇ ਆ, ਉਹਨਾਂ ਦੀ ਦੁਰਗਤੀ ਹੋ ਜਾਂਦੀ, ਬੱਚੇ ਉਹਨਾਂ ਦਾ ਮਾਲ ਮਤਾ ਲੈ ਕੇ ਉਹਨਾਂ ਨੂੰ ਧੱਕੇ ਮਾਰਦੇ ਆ, ਉਹਨਾਂ ਨੂੰ ਪੁੱਛਦੇ ਨਹੀਂ। ਵਿਸ਼ੇਸ਼ ਤੌਰ 'ਤੇ ਜਿਹੜੇ ਬਾਹਰ ਗਏ ਹੋਏ ਆ ਉਹਨਾਂ ਦੇ ਮਾਂ ਬਾਪਾਂ ਦਾ ਬਹੁਤ ਬੁਰਾ ਹਾਲ ਹੈ, ਤੇ ਉਹਨਾਂ ਨੂੰ ਫਿਰ ਰੈੱਡ ਕਰਾਸ ਆਪਣੇ ਵਿੱਚ ਸਹਾਰਾ ਦਿੰਦੀ ਹੈ। ਤੇ ਇਹ ਰੈੱਡ ਕਰਾਸ ਜਿਹੜੀ ਆ ਉਹ ਬਹੁਤ ਵੱਡੇ ਮਹੱਤਵਪੂਰਨ ਕੰਮ ਜਿਹੜੇ ਆ ਉਹ ਕਰਦੀ ਹੈ। ਮਾਸਟਰ ਜੀ ਰੈੱਡ ਕਰਾਸ ਦੇ ਆਮ ਨਾਗਰਿਕ ਕੀ ਫਾਇਦੇ ਲੈ ਸਕਦੇ ਆ? ਰੈੱਡ ਕਰਾਸ ਦੀ ਸਾਡੇ ਸਮਾਜ ਵਿੱਚ ਬਹੁਤੀ ਜਾਣਕਾਰੀ ਨਹੀਂ ਹੈ ਜੀ। ਪਹਿਲਾਂ ਜਦੋਂ ਰਜਿਸਟਰੀ ਕਰਾਉਣ ਜਾਂਦੇ ਸੀਗੇ ਜੀ, ਉਦੋਂ ਰੈੱਡ ਕਰਾਸ ਦੀਆਂ ਪਰਚੀਆਂ ਜਿਹੜੀਆਂ ਉਹ ਕੱਟਦੇ ਸੀਗੇ ਜੀ, ਉਹ ਫਿਰ ਬੰਦ ਹੋ ਗਈਆਂ। ਰੈੱਡ ਕਰਾਸ ਜਿਹੜੀ ਹੈ ਉਹ 2 ਅਕਤੂਬਰ, 26 ਜਨਵਰੀ, 15 ਅਗਸਤ ਦੇ 8 ਮਈ ਵਰਲਡ ਰੈੱਡ ਕਰਾਸ ਡੇ, ਜੀਨ ਹੈਨਰੀ ਡੂਨਾ
ਜਿਹਦਾ ਜਨਮ 8 ਮਈ 1828 ਨੂੰ ਹੋਇਆ, ਉਹਨੂੰ ਵਰਲਡ ਰੈੱਡ ਕਰਾਸ ਡੇ ਦੇ ਵਿਸ਼ਵ ਰੈੱਡ ਕਰਾਸ ਦਿਵਸ ਤੇ ਮਨਾਉਂਦੇ ਆ। 8 ਮਈ ਨੂੰ ਵਰਲਡ ਰੈੱਡ ਕਰਾਸ ਡੇ ਹੁੰਦਾ। ਉਸ ਦਿਨ ਵਿਸ਼ੇਸ਼ ਸਮਾਗਮ ਜਿਹੜੇ ਹੁੰਦੇ ਇਹਨਾਂ ਦੇ ਉੱਤੇ ਜਿਹੜੀਆਂ ਵਿਧਵਾਵਾਂ ਨੇ ਉਹਨਾਂ ਨੂੰ ਸਿਲਾਈ ਮਸ਼ੀਨਾਂ, ਜਿਹੜੇ ਦਿਵਿਆਂਗ ਨੇ ਉਹਨਾਂ ਨੂੰ ਟਰਾਈਸਾਈਕਲ ਜਿਹੜੇ ਉਹ ਦਿੱਤੇ ਜਾਂਦੇ ਆ। ਇਸੇ ਤਰ੍ਹਾਂ ਜਿਨ੍ਹਾਂ ਲੋਕਾਂ ਨੂੰ ਗਿਆਨ ਹੈ ਉਹ ਸੁਸਾਇਟੀ ਦੇ ਪ੍ਰਧਾਨ ਮਾਨਯੋਗ DC ਸਾਹਿਬ ਕੋਲ ਜਾਂਦੇ ਆ, ਉਹਨਾਂ ਦੇ ਅੱਗੇ ਫਰਿਆਦ ਰੱਖਦੇ ਆ ਤੇ ਫਿਰ ਉਹਨਾਂ ਦੀ ਅਰਜ਼ੀ ਲੈ ਕੇ ਉਹ ਸੈਕਟਰੀ ਰੈੱਡ ਕਰਾਸ ਨੂੰ ਮਾਰਕ ਕਰਦੇ ਆ। ਉਹਨਾਂ ਦੀ ਪਰਿਵਾਰਕ ਹਾਲਤ ਦੀ ਜਿਹੜੀ ਪੜਤਾਲ ਕੀਤੀ ਜਾਂਦੀ ਹੈ ਤੇ ਫਿਰ ਉਹਨਾਂ ਨੂੰ ਯੋਗ ਮਾਲੀ ਸਹਾਇਤਾ ਜਾਂ ਉਹਨਾਂ ਦੇ ਆਪਰੇਸ਼ਨ ਦਾ ਸਾਰਾ ਖਰਚ ਡਾਕਟਰ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਉਹਨਾਂ ਨੂੰ ਰਾਸ਼ਨ ਵੀ ਦਿੱਤਾ ਜਾਂਦਾ ਹੈ, ਦਵਾਈਆਂ ਵੀ ਦਿੱਤੀਆਂ ਜਾਂਦੀਆਂ। ਤੇ ਪਿੱਛੇ ਜਿਹੇ ਇੱਕ ਬਹੁਤ ਵਧੀਆ ਉਪਰਾਲਾ ਹੋਇਆ, ਨੇਕੀ ਦੀ ਦੀਵਾਰ, ਤੁਸੀਂ ਸੁਣਿਆ ਹੋਵੇਗਾ ਨੇਕੀ ਦੀ ਦੀਵਾਰ, ਕਿ ਜਿਹੜੇ ਸਾਡੇ ਘਰਾਂ ਦੇ ਵਿੱਚ ਕੱਪੜੇ ਪਏ ਆ ਅਮੀਰ ਲੋਕਾਂ ਦੇ ਜੀ, ਉਹ ਬਿਲਕੁਲ ਫਾਲਤੂ ਪਏ ਆ ਤੇ ਉਹ ਅਪੀਲ ਕੀਤੀ ਗਈ ਕਿ ਨਾਗਰਿਕ ਜਿਹੜੇ ਆ ਉਹ ਫਲਾਣੇ ਥਾਂ ਦੇ ਉੱਤੇ ਜਿੱਥੇ ਨਿਸ਼ਚਿਤ ਕੀਤਾ ਨੇਕੀ ਦੀ ਦੀਵਾਰ, ਉੱਥੇ ਜਾ ਕੇ ਤੁਸੀਂ ਉਹ ਜਮ੍ਹਾਂ ਕਰਾ ਦਿਓ, ਰੱਖ ਦਿਓ ਤੇ ਜਿਹੜੇ ਲੋੜਵੰਦ ਆ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਉੱਥੋਂ ਚੱਕ ਕੇ ਲੈ ਜਾਓ। ਤੇ ਉੱਥੇ ਇਹ ਆ ਵੀ ਜਿਹੜੇ ਦੇਣ ਵਾਲੇ ਉਹਨਾਂ ਦਾ ਵੀ ਨਹੀਂ ਪਤਾ, ਜਿਹੜੇ ਲੈ ਕੇ ਜਾਣ ਵਾਲੇ ਆ ਉਹਨਾਂ ਦਾ ਵੀ ਨਹੀਂ ਪਤਾ, ਉਹਨਾਂ ਦਾ ਵੀ ਸਰ ਗਿਆ ਤੇ ਉਹਨਾਂ ਦੇ ਘਰੋਂ ਚੀਜ਼ ਵੀ ਆ ਗਈ। ਇਸ ਕਰਕੇ ਇਹ ਨੇਕੀ ਦੀ ਦੀਵਾਰ ਨੇਕ ਕੰਮ ਕਰਨ ਦੇ ਲਈ ਇਹ ਖੋਲ੍ਹੀ ਗਈ। ਇਹ ਸਫਲਤਾਪੂਰਵਕ ਜਿਹੜੀ ਉਹ ਚੱਲੀ ਹੈ, ਪਰੰਤੂ ਆ ਕਰੋਨਾ ਕਰਕੇ ਇਹ ਥੋੜ੍ਹਾ ਜਿਹਾ ਇਹਨੂੰ ਬੰਦ ਕੀਤਾ ਗਿਆ ਕਿ ਕੋਈ ਕਰੋਨਾ ਪੀੜਤ ਦੇ ਕੱਪੜੇ ਨਾ ਉੱਥੇ ਰੱਖ ਜਾਵੇ, ਜਿਸ ਕਰਕੇ ਕਿਸੇ ਗਰੀਬ ਆਦਮੀ ਨੂੰ ਕੋਈ ਬਿਮਾਰੀ ਨਾ ਲੱਗ ਜਾਵੇ। ਇਸ ਕਰਕੇ ਥੋੜ੍ਹੀ ਜਿਹੀ ਉਹਦੇ ਤੇ ਰੋਕ ਲਾਈ ਗਈ ਹੈ। ਬਾਕੀ ਜਿਹੜੇ ਸਾਡੇ ਘਰਾਂ ਦੇ ਵਿੱਚ ਖਿਡੌਣੇ ਆ, ਘਰਾਂ ਦੇ ਵਿੱਚ ਹੋਰ ਸਮਾਨ ਹੈ, ਸਿਲਾਈ ਮਸ਼ੀਨਾਂ ਵਿਹਲੀਆਂ ਪਈਆਂ ਅਮੀਰ ਲੋਕਾਂ ਦੇ ਘਰਾਂ ਵਿੱਚ, ਉਹ ਸਾਈਕਲ ਪਏ ਆ, ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਜਮ੍ਹਾਂ ਕਰਾਓ ਤਾਂ ਕਿ ਲੋੜਵੰਦ ਲੋਕ ਆ ਉਹਨਾਂ ਤੱਕ ਇਹ ਪਹੁੰਚਦੇ ਕੀਤੇ ਜਾਣ। ਆਪ ਜੀ ਨੂੰ ਪਤਾ ਕਿ ਪਿਛਲੇ 3-4 ਸਾਲ ਹੋਏ ਹੜ੍ਹ ਆ ਗਏ ਸ਼ਾਹਕੋਟ ਤੇ ਉੱਥੇ ਫਿਰ ਆਪਣੇ ਲੋਹੀਆਂ ਆਏ, ਉੱਥੇ ਵੀ ਰੈੱਡ ਕਰਾਸ ਜਿਹੜੀ ਆ ਉਹ ਕੰਬਲ ਲੈ ਕੇ ਗਈ, ਲੋਕਾਂ ਲਈ ਮੱਛਰਦਾਨੀਆਂ ਲੈ ਕੇ ਗਈ, ਉੱਥੇ ਦਵਾਈਆਂ ਲੈ ਕੇ ਗਈ। ਇਹ ਜ਼ਿਲ੍ਹਾ ਪ੍ਰਬੰਧ ਵੱਲੋਂ ਕੀਤਾ ਜਾਂਦਾ। ਖਾਸ ਤੌਰ ਤੇ ਜਿਹੜੀ ਮੈਂ ਦੱਸਣੀ ਚਾਹੁੰਦਾ ਆ ਕਿ ਜਿਹੜੇ ਸਾਡੇ ਬੱਚੇ ਆ ਉਹ ਚੰਚਲ ਹੁੰਦੇ ਆ, ਇਹਨਾਂ ਨੂੰ ਸੱਟ ਲਵਾ ਲੈਂਦੇ, ਉਹਨਾਂ ਸੱਟਾਂ ਨੂੰ ਉਸ ਵੇਲੇ ਅਧਿਆਪਕਾਂ ਨੂੰ ਪਤਾ ਨਹੀਂ ਹੁੰਦਾ ਤੇ ਜਿਸ ਕਰਕੇ ਉਹਨਾਂ ਦੀ ਜੇ ਉਦੋਂ ਮੁੱਢਲੀ ਸਹਾਇਤਾ ਕਰ ਦਈਏ ਤਾਂ ਵਿਅਕਤੀ ਦੇ ਬੱਚਿਆਂ ਦੇ ਜਿਹੜੀਆਂ ਸੱਟਾਂ ਲੱਗੀਆਂ ਉਹ ਗੰਭੀਰ ਰੂਪ ਨੂੰ ਧਾਰਨ ਕਰਦੀਆਂ ਤੇ ਉਹ ਫਿਰ ਉਹਨਾਂ ਦੀ ਮਦਦ ਲਈ ਅਧਿਆਪਕਾਂ ਦੇ ਸਪੈਸ਼ਲ ਲੈਕਚਰਰ ਟ੍ਰੇਨਿੰਗ ਕੈਂਪ ਲਾਏ ਜਾਂਦੇ ਆ। ਹਰਿਦੁਆਰ, ਸ਼ਿਮਲਾ, ਕੁਰੂਕਸ਼ੇਤਰ, ਆਪਣੇ ਨੰਗਲ, ਭਾਖੜਾ ਨੰਗਲ, ਇੱਥੇ ਜਿਹੜੇ ਉਹ ਲਾਏ ਜਾਂਦੇ ਆ ਤੇ ਉਹਨਾਂ ਵਿੱਚ ਅਧਿਆਪਕਾਂ ਨੂੰ 7-7 ਦਿਨ 10-10 ਦਿਨ ਦੀ ਟ੍ਰੇਨਿੰਗ ਦਿੱਤੀ ਜਾਂਦੀ, ਜਿਹਦੇ ਵਿੱਚ ਵਿਅਕਤੀ ਦੀ ਪੂਰੀ ਮਦਦ ਕੀਤੀ ਜਾਂਦੀ। ਤੇ ਜਿਹੜੇ ਬੱਚੇ ਨੂੰ ਬਾਹਰ ਜਾਣਾ ਹੈ ਵਿਦੇਸ਼ ਵਿੱਚ ਜੀ, ਉਹਨਾਂ ਨੂੰ ਰੈੱਡ ਕਰਾਸ ਦੀ ਇੱਕ ਸਿਸਟਰ ਸੰਸਥਾ ਹੈਗੀ ਆ ਸੇਂਟ ਜੌਨ ਐਂਬੂਲੈਂਸ ਜੀ, ਉਹ ਟ੍ਰੇਨਿੰਗ ਦੇਣ ਦਾ ਉਹਨਾਂ ਨੂੰ ਇੱਕੋ ਇੱਕ ਅਧਿਕਾਰ ਹੈ ਮੁੱਢਲੀ ਸਹਾਇਤਾ ਦਾ ਤੇ ਹੋਮ ਨਰਸਿੰਗ ਦਾ, ਉਹੀ ਸਰਟੀਫਿਕੇਟ ਜਾਰੀ ਕਰਦੀ ਹੈ। ਤੇ ਜਿਹੜੇ ਬੱਚੇ ਬਾਹਰ ਜਾਂਦੇ ਨੈਨੀ ਦਾ ਕੋਰਸ ਕਰਨ ਵਾਲੇ ਤੇ ਜਿਹੜੇ ਫੈਕਟਰੀ ਵਰਕਰਸ ਨੇ ਉਹਨਾਂ ਦੀ ਸੇਫਟੀ ਲਈ ਪੰਜਾਬ ਇੰਡਸਟਰੀ ਸੇਫਟੀ ਕੌਂਸਲ ਉਹ ਜਦੋਂ ਟ੍ਰੇਨਿੰਗ ਕੈਂਪ ਲਾਉਂਦੀ ਤਾਂ ਮੈਨੂੰ ਰਿਸੋਰਸ ਪਰਸਨ ਵਜੋਂ ਲੈ ਕੇ ਜਾਂਦੀ। ਜਿਵੇਂ ਰੇਲ ਕੋਚ ਫੈਕਟਰੀ ਹੋਈ, ਮਿਲਕ ਪਲਾਂਟ ਹੋਇਆ, ਤੇਲ ਦੇ ਟਰਮੀਨਲ ਨੇ, ਇਹਨਾਂ ਦੇ ਉੱਤੇ ਕੈਂਪ ਲੱਗਦੇ ਆ, JCT ਮਿੱਲ ਹੈ। ਇੱਦਾਂ ਫਿਰ ਉਹ ਜਿਹੜੀਆਂ ਟ੍ਰੇਨਿੰਗ ਕੈਂਪ ਹੈ ਉਹਨਾਂ ਵਿੱਚ ਉਹਨਾਂ ਨੂੰ ਸੇਫਟੀ ਬਾਰੇ ਦੱਸਿਆ ਜਾਂਦਾ ਵੀ ਜੇ ਚੋਟ ਲੱਗ ਜਾਵੇ ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ। ਇਸੇ ਤਰ੍ਹਾਂ ਡਰਾਈਵਰ ਅਤੇ ਕੰਡਕਟਰ, ਫੈਕਟਰੀ ਵਰਕਰ ਉਹ ਸਾਡੇ ਕੋਲ ਰੈੱਡ ਕਰਾਸ ਵਿਖੇ ਆਉਂਦੇ ਆ ਤੇ ਉਹਨਾਂ ਨੂੰ ਅਸੀਂ 10 ਦਿਨ ਦੀ 7 ਦਿਨ ਦੀ ਟ੍ਰੇਨਿੰਗ ਦਿੰਦੇ ਆ। ਉਹਨਾਂ ਦਾ 1000 ਰੁਪਈਆ ਜਿਹੜਾ ਉਹ ਫੀਸ ਹੈ ਜੀ। DC ਸਾਹਿਬ ਉਹਦੀ ਪਰਚੀ ਕੱਟ ਕੇ ਦਿੰਦੇ ਆ ਸੇਂਟ ਜੌਨ ਐਂਬੂਲੈਂਸ ਵੱਲੋਂ। ਉਹਨਾਂ ਨੂੰ ਫਿਰ ਮੈਂ ਉਹਨਾਂ ਦਾ ਲੈਕਚਰਰ ਆ, ਫਿਰ ਅਸੀਂ ਪੜ੍ਹਾਉਂਦੇ ਹਾਂ, ਫਿਰ ਉਹਨਾਂ ਦਾ ਟੈਸਟ ਲੈਂਦੇ ਹਾਂ, ਫਿਰ ਉਹਨਾਂ ਨੂੰ ਸਰਟੀਫਿਕੇਟ ਜਾਰੀ ਕਰਦੇ। ਆਪਣੇ ਇੱਥੇ ਸੇਫਟੀ ਨੂੰ ਬਹੁਤਾ ਮਹੱਤਵ ਨਹੀਂ ਦਿੰਦੇ
ਵਿਦੇਸ਼ ਵਿੱਚ ਜਦੋਂ ਵੀ ਕੋਈ ਕੰਮ ਕਰਨਾ ਉਹ ਕਹਿੰਦੇ ਆ ਵੀ ਜੇ ਕੋਈ ਹਾਦਸਾ ਹੋ ਜਾਏ ਤੁਸੀਂ ਉਹਨੂੰ ਟੈਕਲ ਕਰ ਲਓਗੇ। ਇਸ ਕਰਕੇ ਉਹ ਸੇਫਟੀ ਨੂੰ ਪਹਿਲ ਦਿੰਦੇ। ਜਿਹਨੂੰ ਰੈੱਡ ਕਰਾਸ ਦੀ ਜਾਣੀ ਜਿਹਨੂੰ ਫਸਟ ਏਡ ਦੀ ਟ੍ਰੇਨਿੰਗ ਨਹੀਂ ਹੈਗੀ ਉਸ ਨੂੰ ਉਹ ਦਾਖਲਾ ਨਹੀਂ ਦਿੰਦੇ। ਉਸ ਵਿਅਕਤੀ ਦੀ ਫਾਈਲ ਜਿਹੜੀ ਹੈ ਅੰਬੈਸੀ ਵਿੱਚ ਤਾਂ ਲੱਗਦੀ ਹੈ ਜੇਕਰ ਉਹਦੇ ਵਿੱਚ ਫਸਟ ਏਡ ਟ੍ਰੇਨਿੰਗ ਦਾ ਉਹਦਾ ਸਰਟੀਫਿਕੇਟ ਲੱਗਾ ਹੋਵੇ। ਤੇ ਇਹ ਸਰਟੀਫਿਕੇਟ ਜਿਹੜਾ ਹੈਗਾ ਸੇਂਟ ਜੈਨ ਐਂਬੂਲੈਂਸ ਤੋਂ ਡਿਸਟ੍ਰਿਕਟ ਲੈਵਲ ਦੇ ਉੱਤੇ ਸਾਡਾ ਟ੍ਰੇਨਿੰਗ ਸੈਂਟਰ ਹੈ ਗੁਰੂ ਨਾਨਕ ਮਿਸ਼ਨ ਹਸਪੀਟਲ ਦੇ ਕੋਲ ਲਾਜਪਤ ਨਗਰ ਵਿਖੇ, ਉੱਥੇ ਦਾਖਲਾ ਲੈ ਕੇ ਕੀਤਾ ਜਾ ਸਕਦਾ ਹੈ। ਤਾਂ ਇਹ ਰੈੱਡ ਕਰਾਸ ਸਾਡੇ ਲਈ ਇੱਕ ਬਹੁਤ ਜ਼ਰੂਰੀ ਸੰਸਥਾ ਹੈ। ਇਹਦੇ ਵਿੱਚ ਜਦੋਂ ਕਿਸੇ ਵਿਅਕਤੀ ਦਾ ਹਾਰਟ ਅਟੈਕ ਹੋ ਜਾਵੇ ਜਾਂ ਖੂਨ ਚੱਲਦਾ ਹੋਵੇ ਜਾਂ ਜਿਹਦਾ ਸਾਹ ਵੀ ਬੰਦ ਹੋ ਜਾਵੇ, ਦਿਲ ਵੀ ਧੜਕਣੋਂ ਬੰਦ ਹੋ ਜਾਏ, ਖੂਨ ਨੂੰ ਰੋਕਣਾ, CPR ਉਹਨੂੰ ਕਹਿੰਦੇ, ਦਿਲ ਦੀ ਧੜਕਣ ਦੁਬਾਰਾ ਕਾਇਮ ਕਰਨਾ। CPR ਇਹ ਸੰਜੀਵਨੀ ਆ। ਜਦੋਂ ਆਪਾਂ ਕਿਸੇ ਅਫਸੋਸ ਕਰਦੇ ਕਹਿੰਦੇ ਡਾਕਟਰ ਨੇ ਬਥੇਰਾ ਉਹਨੂੰ ਦੱਬਿਆ ਘੁੱਟਿਆ, ਉਹ ਦੱਬਿਆ ਘੁੱਟਿਆ ਨਹੀਂ ਹੁੰਦਾ, ਉਹਦੀ CPR ਕਰ ਦਿੰਦੇ ਨੇ। ਤੇ ਉਹ ਜਿਹੜਾ ਆ ਮੁੜ ਕੇ ਸਾਹ ਚਾਲੂ ਕਰਨਾ, ਮੁੜ ਕੇ ਦਿਲ ਦੀ ਧੜਕਣ ਜਿਹੜੀ ਉਹ ਚਾਲੂ ਕਰਨੀ। ਤੇ ਪੱਟੀਆਂ ਤਕੋਨੀ ਪੱਟੀ ਜਿਹੜੀ ਆ ਉਹ ਉੱਥੇ ਸਿਖਾਈ ਜਾਂਦੀ ਆ, ਜਿਹਦਾ ਵਿਦਿਆਰਥੀ ਬਹੁਤ ਲਾਭ ਲੈਂਦੇ ਆ। ਇਹ ਕੇਵਲ ਵਿਦਿਆਰਥੀ ਨਹੀਂ, ਸਾਡੇ ਆਪਣੇ ਘਰਾਂ ਵਿੱਚ ਵੀ ਜਿਹੜਾ ਹੈ ਉਹ ਰੈੱਡ ਕਰਾਸ ਟ੍ਰੇਨਿੰਗ ਦੇ ਕੇ ਇੱਕ ਮਹੱਤਵਪੂਰਨ ਕਾਰਜ ਕਰ ਸਕਦੇ। ਮਾਸਟਰ ਜੀ, ਰੈੱਡ ਕਰਾਸ ਦੇ ਪੰਜਾਬ ਦੇ ਵਿੱਚ ਕੀ ਮਹੱਤਵ ਹੈ? ਪੰਜਾਬ ਦਾ ਰੈੱਡ ਕਰਾਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜੀ। 1859 ਨੂੰ ਲੜਾਈ ਹੋਈ ਸਨਫਰੀਨੋ ਦੀ, ਉਸ ਤੋਂ 158 ਸਾਲ ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਲੜਾਈ ਹੋਈ ਜੀ। ਉੱਥੇ ਭਾਈ ਕਨ੍ਹਈਆ ਜੀ ਜ਼ਖਮੀਆਂ ਨੂੰ ਪਾਣੀ ਪਿਲਾਉਂਦੇ ਆ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਸ਼ਿਕਾਇਤ ਗਈ ਕਿ ਦੁਸ਼ਮਣਾਂ ਨਾਲ ਰਲੇ ਆ। ਮਹਾਰਾਜ ਜੀ ਭਾਈ ਜੀ ਨੂੰ ਬੁਲਾਇਆ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ। ਤਾਂ ਭਾਈ ਕਨ੍ਹਈਆ ਜੀ ਨੇ ਕਿਹਾ ਆਪ ਜੀ ਦਾ ਹੁਕਮ ਹੈ, ਮਾਨਸ ਕੀ ਜਾਤ ਸਭੈ ਏਕੇ ਪਹਿਚਾਨਵੋ, ਨਾ ਕੋ ਵੈਰੀ ਨਾ ਹੀ ਬਗਾਨਾ, ਏਕਸ ਪਿਤਾ ਏਕਸ ਕੇ ਹਮ ਬਾਰਕ। ਅਸੀਂ ਕਿ ਤਾਂ ਤੁਹਾਡਾ ਹੀ ਮੁਖੜਾ ਦੇਖਦੇ ਉਹਨਾਂ ਵਿੱਚ, ਮੈਨੂੰ ਤੇ ਦੁਸ਼ਮਣ ਤੇ ਆਪਣਾ ਕੋਈ ਪਤਾ ਨਹੀਂ ਲੱਗਦਾ, ਮੈਂ ਤਾਂ ਤੁਹਾਡੀ ਸੇਵਾ ਕਰਦਾ। ਤੇ ਗੁਰੂ ਸਾਹਿਬ ਖੁਸ਼ ਹੋ ਗਏ। ਉਹਨਾਂ ਨੇ ਕਿਹਾ ਵੀ ਅੱਜ ਤੋਂ ਤੁਸੀਂ ਇਹਨਾਂ ਨੂੰ ਪਾਣੀ ਨਹੀਂ ਪਿਲਾਉਣਾ, ਸਗੋਂ ਇਹਨਾਂ ਜ਼ਖਮਾਂ ਉੱਤੇ ਆਹ ਮਲਮ ਲਓ, ਪੱਟੀ ਲਓ, ਇਹਨਾਂ ਦੇ ਜ਼ਖਮਾਂ ਤੇ ਮਲਮ ਤੇ ਪੱਟੀ ਵੀ ਕਰਨੀ ਹੈ। 1859 ਨੂੰ ਜਿਹੜਾ ਹੈ ਉਹ ਸਵਿਟਜ਼ਰਲੈਂਡ ਤੋਂ ਜੀਨ ਹੈਨਰੀ ਡਿਊਨਾ ਆਉਂਦਾ। ਉਹਨਾਂ ਤੋਂ 158 ਸਾਲ ਪਹਿਲਾਂ 1700 ਦੇ ਨੇੜੇ, 1704 ਦੇ ਵਿੱਚ, 1701 ਚ 2 ਲੜਾਈਆਂ ਹੋਈਆਂ। ਉਹਦੇ ਵਿੱਚ ਭਾਈ ਕਨ੍ਹਈਆ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕੰਮ ਕੀਤਾ। ਫਿਰ ਵੀ ਜੀਨ ਹੈਨਰੀ ਡਿਊਨਾ ਨੂੰ ਰੈੱਡ ਕਰਾਸ ਦਾ ਪਤਾਮਾ ਕਹਿੰਦੇ। ਭਾਈ ਕਨ੍ਹਈਆ ਜੀ ਨੂੰ ਕਿਉਂ ਨਹੀਂ ਕੀਤਾ ਜਾਂਦਾ? ਕਿਉਂਕਿ ਅਸੀਂ ਲੋਕ ਆ ਚੰਗਾ ਕੰਮ ਕਰਨ ਵਾਲੇ ਦੀਆਂ ਲੱਤਾਂ ਖਿੱਚਦੇ ਆ, ਚੰਗਾ ਕੰਮ ਕਰਨ ਵਾਲੇ ਨੂੰ ਅਸੀਂ ਉਹਦੀ ਨਿੰਦਿਆ ਕਰਦੇ ਆ। ਜਿਹੜੇ ਬਾਹਰਲੇ ਲੋਕ ਆ ਉਹ ਪੜ੍ਹੇ ਲਿਖੇ ਆ, ਵਧੀਆ ਲੋਕ ਆ, ਉਹ ਚੰਗਾ ਕੰਮ ਕਰਨ ਵਾਲੇ ਨੂੰ ਉਤਸ਼ਾਹਿਤ ਕਰਦੇ ਆ। ਇਸ ਕਰਕੇ ਉਹਨਾਂ ਨੂੰ ਇਹ ਜਿਹੜਾ ਹੈ ਉਹ ਪਤਾਮਾ ਕਹਿੰਦੇ ਆ ਜੀਨ ਹੈਨਰੀ ਡਿਊਨਾ ਨੂੰ। ਜਦੋਂ ਕਿ ਜਿਹੜਾ ਕੰਮ ਉਹਨੇ ਕੀਤਾ ਉਹ ਕੰਮ ਭਾਈ ਕਨ੍ਹਈਆ ਜੀ ਨੇ ਉਹਨਾਂ ਤੋਂ ਪਹਿਲਾਂ ਹੀ ਜਿਹੜਾ ਪੰਜਾਬ ਦੀ ਧਰਤੀ ਤੇ ਕੀਤਾ ਸੀਗਾ। ਉਹ ਅਮਨ ਤੇ ਸ਼ਾਂਤੀ ਦੇ ਦੂਤ ਕਿਹਾ ਜਾਂਦਾ ਹੈ। ਆਪ ਜੀ ਨੂੰ ਯਾਦ ਹੋਣਾ ਕਿ ਮਦਰ ਟੈਰੇਸਾ ਯੂਗੋਸਲਾਵੀਆ ਤੋਂ ਆ ਕੇ ਇੱਥੇ ਜਿਹੜੀ ਆ ਉਹ ਸ਼ਾਂਤੀ ਪੁਰਸਕਾਰ ਲੈ ਗਈ ਜੀ। ਉਹਨੂੰ ਸ਼ਾਂਤੀ ਪੁਰਸਕਾਰ, ਨੋਬਲ ਪੁਰਸਕਾਰ ਮਿਲਿਆ। ਪਰੰਤੂ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲੇ, ਜਿਨ੍ਹਾਂ ਨੇ ਲੂਲੇ ਤੇ ਲੰਗੜਿਆਂ ਦੀ ਸਾਰੀ ਉਮਰ ਸੇਵਾ ਕੀਤੀ, ਉਹਨਾਂ ਨੂੰ ਕਿਉਂ ਨਹੀਂ ਮਿਲਿਆ? ਕਿਉਂਕਿ ਅਸੀਂ ਉਹਨਾਂ ਦੇ ਮਹੱਤਵ ਨੂੰ ਜਗਤ ਵਿੱਚ ਪ੍ਰਕਾਸ਼ਿਤ ਹੀ ਨਹੀਂ ਹੋਣ ਦਿੱਤਾ। ਅਸੀਂ ਉਹਨਾਂ ਦਾ ਮਹੱਤਵ ਲੋਕਾਂ ਨੂੰ ਦੱਸਣ ਹੀ ਨਹੀਂ ਦਿੱਤਾ। ਸਗੋਂ ਅਸੀਂ ਕਿਹਾ ਵੀ ਜਿਹੜੇ ਉਹਨਾਂ ਦੇ ਗੱਲੇ ਆ ਉਹਨਾਂ ਵਿੱਚੋਂ ਸਾਨੂੰ ਵੀ ਕਮਾਈ ਆਵੇ, ਸਾਨੂੰ ਵੀ ਉਹ ਹਿੱਸਾ ਦੇਣ। ਇਸ ਕਰਕੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਪ੍ਰਚਾਰਿਤ ਨਹੀਂ ਕੀਤਾ। ਇਸ ਕਰਕੇ ਸਾਨੂੰ ਆਪਣੇ ਜਿਹੜੇ ਮਹਾਂਪੁਰਸ਼ ਹੈ, ਜਿਹੜੇ ਉਹਨਾਂ ਨੇ ਆਦਰਸ਼ ਕਾਇਮ ਕੀਤੇ, ਉਹਨਾਂ ਨੂੰ ਲੋਕਾਂ ਵਿੱਚ ਪ੍ਰਚਾਰਨਾ ਚਾਹੀਦਾ ਹੈ। ਇਹ ਸਾਡਾ ਪੰਜਾਬ ਜਿਹੜਾ ਹੈ ਇਹਦਾ ਰੈੱਡ ਕਰਾਸ ਵਿੱਚ ਇੱਕ ਬਹੁਤ ਵੱਡਾ ਮਹੱਤਵ ਹੈ। ਤੇ ਪੰਜਾਬ ਰੈੱਡ ਕਰਾਸ ਜਿਹੜੀ ਹੈ ਉਹ ਹਜ਼ਾਰਾਂ ਰੁਪਏ ਰੋਜ਼ PGI ਤੇ ਹੋਰ ਜਿਹੜੇ ਹਸਪਤਾਲ ਆ ਜਿਵੇਂ ਸਕੇਤ ਪਟਿਆਲਾ ਹੈ ਉਹਨਾਂ ਵਿੱਚ ਇਹ ਰੋਜ਼ ਹਜ਼ਾਰਾਂ ਰੁਪਏ ਦਾ ਬਜਟ ਜਿਹੜਾ ਆ ਉਹ ਖਰਚ ਕਰਦੀ ਹੈ। ਤੇ ਇਸੇ ਤਰ੍ਹਾਂ ਜਿਹੜੇ ਪੰਜਾਬ ਦੇ ਜ਼ਿਲ੍ਹੇ ਆ,
ਜ਼ਿਲ੍ਹਿਆਂ ਦੀਆਂ ਰੈੱਡ ਕਰਾਸ ਸੰਸਥਾਵਾਂ ਜਿਹੜੀਆਂ ਨੇ ਉਹ ਕੰਮ ਕਰਦੀਆਂ ਨੇ, ਖੂਨਦਾਨ ਕੈਂਪ ਲਾਉਂਦੀਆਂ ਨੇ। ਤੇ ਲੋਕੀ, ਕਿਉਂਕਿ ਲੋਕਾਂ ਵਿੱਚ ਅਵੇਅਰਨੈਸ ਨਹੀਂ ਹੈਗੀ ਖੂਨਦਾਨ ਕਰਨ ਦੀ, ਲੋਕੀ ਡਰ ਜਾਂਦੇ ਆ ਬਈ ਪਤਾ ਨਹੀਂ ਸਾਡੇ 'ਚ ਕਮਜ਼ੋਰੀ ਆ ਜਾਣੀ ਆ, ਤੇ ਅਸੀਂ ਉਹਨਾਂ ਨੂੰ ਦੱਸਦੇ ਹਾਂ ਵੀ ਨਹੀਂ, ਕਮਜ਼ੋਰੀ ਨਹੀਂ ਹੁੰਦੀ, ਸਗੋਂ ਤੁਹਾਨੂੰ ਵੀ ਫਾਇਦਾ ਹੁੰਦਾ, ਤੁਹਾਡਾ ਖੂਨ ਪਤਲਾ ਹੋ ਜਾਂਦਾ, ਤੁਹਾਨੂੰ ਹਾਰਟ ਅਟੈਕ ਨਹੀਂ ਹੋਊਗਾ। ਇਸ ਕਰਕੇ ਉਹਨਾਂ ਨੂੰ ਸਿਹਤ ਦੇ ਪ੍ਰਤੀ ਜਾਗਰੂਕ ਕਰਦੇ ਹਾਂ। ਹੁਣ ਵੀ ਹਜ਼ਾਰਾਂ ਜਿਹੜੇ ਲੋਕ ਨੇ ਉਹਨਾਂ ਨੂੰ ਰੈੱਡ ਕਰਾਸ ਜਿਹੜੀ ਉਹ ਖਾਣਾ ਪ੍ਰਦਾਨ ਕਰਦੀ ਹੈ, ਉਹਨਾਂ ਨੂੰ ਦਵਾਈਆਂ ਪ੍ਰਦਾਨ ਕਰਦੀ ਹੈ। ਤੇ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਰੈੱਡ ਕਰਾਸ ਜਿਹੜੀ ਆ ਉਹ ਵਧੀਆ ਕੰਮ ਕਰਦੀ ਹੈ। ਸਾਨੂੰ ਜਦੋਂ ਵੀ ਕਿਤੇ ਲੋੜ ਪਵੇ ਖੂਨਦਾਨ ਜਿਹੜਾ ਉਹ ਰੈੱਡ ਕਰਾਸ ਦੀ ਬਲੱਡ ਬੈਂਕ 'ਚ ਕਰਨਾ ਚਾਹੀਦਾ। ਸਾਨੂੰ ਜਦੋਂ ਕਿਤੇ ਦਾਨ ਕਰਨਾ ਹੋਵੇ ਤਾਂ ਸਾਨੂੰ ਰੈੱਡ ਕਰਾਸ ਨੂੰ ਹੀ ਦਾਨ ਕਰਨਾ ਚਾਹੀਦਾ, ਤਾਂ ਕਿ ਸਹੀ ਲੋਕਾਂ ਤੱਕ ਉਹ ਪਹੁੰਚ ਸਕੇ ਜੀ। ਇਹ ਸਨ ਸਾਡੇ ਨਾਲ ਮਾਸਟਰ ਸੋਮਰਾਜ ਜੀ, ਜਿਨ੍ਹਾਂ ਨੇ ਸਾਡੇ ਰਦਾਸੀਆ ਟੀਵੀ ਦੇ ਮਾਧਿਅਮ ਰਾਹੀਂ ਰੈੱਡ ਕਰਾਸ ਦੀ ਵਿਸ਼ੇਸ਼ਤਾ ਤੇ ਰੈੱਡ ਕਰਾਸ ਦੇ ਬਾਰੇ, ਰੈੱਡ ਕਰਾਸ ਕੀ ਚੀਜ਼ ਆ, ਬੜੇ ਹੀ ਡੂੰਘਾਈ ਦੇ ਨਾਲ, ਬੜੇ ਹੀ ਵਧੀਆ ਢੰਗ ਦੇ ਨਾਲ ਸਾਰੇ ਹੀ ਸੰਗਤ ਨੂੰ ਜਾਣੂ ਕਰਾਇਆ। ਅਸੀਂ ਇਹਨਾਂ ਦਾ ਅੱਜ ਦੇ ਇਸ ਵਿਸ਼ੇ ਤੇ ਸਾਡੇ ਨਾਲ ਸਾਡੇ ਚੈਨਲ ਤੇ ਆਉਣ ਲਈ ਰਦਾਸੀਆ ਟੀਵੀ ਦੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਇੰਨੇ ਕੁ ਸ਼ਬਦਾਂ ਨਾਲ ਮਾਸਟਰ ਜੀ, ਜੈ ਗੁਰਦੇਵ, ਧੰਨ ਗੁਰਦੇਵ। ਬਹੁਤ ਬਹੁਤ ਧੰਨਵਾਦ ਜੀ। ਇੱਕ ਗੱਲ ਰਹਿ ਗਈ ਸੀ, ਮੈਂ ਉਹ ਵੀ ਦੱਸ ਦਿਆਂ ਕਿ ਭਾਰਤੀ ਰੈੱਡ ਕਰਾਸ ਜਿਹੜੀ ਆ 1920 ਦੇ ਵਿੱਚ ਜਿਹੜੀ ਪਾਰਲੀਮੈਂਟ ਦੇ ਵਿੱਚ ਬਿੱਲ ਪੇਸ਼ ਕੀਤਾ ਗਿਆ, ਉਹਦੇ 15ਵੇਂ ਐਕਟ ਦੇ ਨਾਲ ਇਹ ਬਣੀ 1920 ਦੇ ਵਿੱਚ, ਕਿਉਂਕਿ ਪਹਿਲਾਂ ਅਸੀਂ ਗੁਲਾਮ ਸੀਗੇ ਅੰਗਰੇਜ਼ਾਂ ਦੇ, ਤੇ ਉਦੋਂ ਫਿਰ ਭਾਰਤੀ ਰੈੱਡ ਕਰਾਸ ਜਿਹੜੀ ਆ 1920 ਦੇ ਵਿੱਚ ਬਣੀ। ਫਿਰ ਪਹਿਲਾ ਪੰਜਾਬ ਵੀ ਜਿਹੜਾ ਹੈ ਉਹਦੀ ਰਾਜਧਾਨੀ ਲਾਹੌਰ ਸੀਗੀ, ਤੇ ਉਦੋਂ ਲਾਹੌਰ ਵਿੱਚ ਸੰਸਥਾ ਸੀਗੀ। ਫਿਰ ਉਸ ਤੋਂ ਬਾਅਦ ਸ਼ਿਮਲੇ ਆ ਗਈ, ਸ਼ਿਮਲੇ ਤੋਂ ਬਾਅਦ ਫਿਰ ਇਹ 1957 ਵਿੱਚ ਫਿਰ ਇਹ ਚੰਡੀਗੜ੍ਹ ਆਈ। ਜਦੋਂ ਚੰਡੀਗੜ੍ਹ ਵਸਿਆ ਤਾਂ ਫਿਰ 1966 ਵਿੱਚ ਜਦੋਂ ਪੰਜਾਬ ਦੀ ਵੰਡ ਹੋ ਗਈ, ਹਰਿਆਣਾ ਬਣ ਗਿਆ, ਫਿਰ ਦੋ ਸੰਸਥਾਵਾਂ ਜਿਹੜੀਆਂ ਵੱਖਰੀਆਂ ਵੱਖਰੀਆਂ ਬਣ ਗਈਆਂ। ਤਾਂ 1966 ਵਿੱਚ ਇਹ ਜਿਹੜਾ ਉਹ ਪੂਰਨ ਰੂਪ ਵਿੱਚ ਪੰਜਾਬ ਸਟੇਟ ਤੇ ਹਰਿਆਣਾ ਸਟੇਟ ਜਿਹੜੀਆਂ ਦੋ ਵੱਖਰੀਆਂ ਵੱਖਰੀਆਂ ਸੰਸਥਾਵਾਂ ਬਣ ਗਈਆਂ। ਤੁਹਾਡਾ ਬਹੁਤ ਬਹੁਤ ਧੰਨਵਾਦ ਰਦਾਸੀਆ ਟੀਵੀ ਦਾ, ਜਿਨ੍ਹਾਂ ਨੇ ਵਿਸ਼ੇਸ਼ ਉਪਰਾਲਾ ਕਰਕੇ ਅੱਜ ਵਿਸ਼ੇਸ਼ ਮੁੱਦੇ ਉੱਤੇ ਗੱਲ ਕਰਨ ਦੇ ਲਈ ਸਾਨੂੰ ਨਵਾਜਿਆ। ਬਹੁਤ ਬਹੁਤ ਧੰਨਵਾਦ। ਜੈ ਗੁਰਦੇਵ, ਧੰਨ ਗੁਰਦੇਵ।